ਫਗਵਾੜਾ ਦੇ ਚੱਡਾ ਮਾਰਕੀਟ ਵਿਖੇ ਪ੍ਰਾਪਰਟੀ ਡੀਲਰ ਨੇ ਕੁਝ ਨਕਾਬਪੋਸ਼ ਮਹਿਲਾਵਾਂ ਨੂੰ ਲੈ ਕੇ ਬੀਤੀ ਰਾਤ 3 ਦੁਕਾਨਾਂ ਤੇ ਕਬਜ਼ਾ ਕਰ ਲਿਆ ਤੇ ਮਹਿਲਾ ਬਲਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਸਾਰੀ ਰਾਤ ਪਿਸਤੌਲ ਦੀ ਨੋਕ ਤੇ ਬੰਦਕ ਬਣਾ ਕੇ ਰੱਖਿਆ ਤੇ ਕੁੱਟਮਾਰ ਕੀਤੀ ਤੇ ਪੂਰੇ ਪਰਿਵਾਰ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ। ਸਿਵਲ ਹਸਪਤਾਲ ਵਿੱਚ ਭਰਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਸਹੁਰੇ ਦਾ ਕੇਸ ਚੱਲਦਾ ਸੀ ਤੇ ਉਸਨੇ ਪ੍ਰਾਪਰਟੀ ਦਾ ਕੋਰਟ ਵਿੱਚ ਸਟੇ ਲਿਆ ਸੀ। ਸਾਡੇ ਪਰਿਵਾਰ ਦੀ ਵੰਡ ਹੋ ਗਈ ਤੇ ਮੇਰੇ ਕੋਲ ਸਰਹਾਲੀ ਦਾ ਪ੍ਰਾਪਰਟੀ ਡੀਲਰ ਆਇਆ ਤੇ ਉਸਨੇ 9 ਮਾਰਚ ਨੂੰ ਬਿਆਨਾ ਕੀਤਾ ਤੇ ਮੈਨੂੰ ਚੈੱਕ ਦੇ ਦਿੱਤੇ ਜੋ ਕਿ ਫਰਾਡ ਨਿਕਲੇ ਤੇ ਰਾਤ 7 ਵਜੇ ਦੇ ਕਰੀਬ ਪ੍ਰਾਪਰਟੀ ਡੀਲਰ ਤੇ ਕੁਝ ਨਕਾਬਪੋਸ਼ ਮਹਿਲਾਵਾਂ ਨੇ ਚੱਡਾ ਮਾਰਕੀਟ ਵਿੱਚ ਆ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਬੰਦਕ ਬਣਾ ਲਿਆ ਤੇ ਦੁਕਾਨਾਂ ਤੇ ਕਬਜ਼ਾ ਕਰ ਲਿਆ ਤੇ ਪਰਿਵਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਮੀਡੀਆ ਸਾਹਮਣੇ ਜਦੋਂ ਗੁਰਪ੍ਰੀਤ ਸਿੰਘ ਕੱਗ ਨੇ ਬਿਆਨ ਦਿੱਤੇ ਤਾਂ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਠੀਕ ਢੰਗ ਨਾਲ ਨਹੀਂ ਦੇ ਸਕੇ ਤੇ ਬਾਅਦ ਵਿੱਚ ਕੀ ਕਿਹਾ ਐਸਪੀ ਸਰਬਜੀਤ ਸਿੰਘ ਵਾਈਆ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਵੀਡੀਓ ਦੇ ਅੰਦਰ। ਫਗਵਾੜਾ ਐਕਸਪ੍ਰੈਸ ਨਿਊਜ਼ ਲਾਈਵ ਤੋਂ ਵਿਨੋਦ ਸ਼ਰਮਾ ਦੇ ਨਾਲ ਚਾਹਤ ਸਖੂਜਾ ਦੀ ਰਿਪੋर्ट। हाँ जी बलविंदर कौर बलवीर कौर जी की बलविंदर कौर जी की मामला ਤੁਹਾਡਾ ਜਿਹੜਾ ਕੋਈ ਤੁਸੀਂ ਦਾਖਲਾ ਆਇਆ ਹਸਪਤਾਲ? ਮੇਰਾ ਨਾ ਮੇਰੇ ਸਹੁਰੇ ਨਾਮ ਕੇਸ ਚੱਲਦਾ ਸੀਗਾ। ਹਾਂ ਜਿੱਦਾਂ ਮੇਰੇ ਸਹੁਰੇ ਡੈਥ ਹੋ ਗਈ ਸੀ ਸਾਨੂੰ ਸਟੇ ਸੀਗਾ ਮੈਂ ਲਿਆ ਹੋਇਆ। ਮੇਰੇ ਹੁਣ ਜਿੱਦਾਂ ਮੇਰੀ ਜੇਠ ਦੇ ਲੜਕੇ ਸੀ ਉਹਨਾਂ ਨਾਲ ਮੇਰਾ ਰੌਲਾ ਸੀ ਉਹ ਹੁਣ ਖਤਮ ਹੋ ਗਿਆ ਜੀ। ਜਿੱਦਾਂ ਉਹ ਕੋਰਟ ਦੇ ਆਰਡਰ ਨਾਲ ਸਾਰਾ ਸਾਡਾ ਕੰਪਰਮਾਈਜ਼ ਹੋ ਗਿਆ ਸੀ। ਅੱਧੀ 2 ਜ਼ਮੀਨ ਉਹਦੇ ਹਿੱਸੇ ਆ ਗਈ 2 ਮੇਰੇ ਸੀਗੇ। ਮੈਂ ਇੱਕ ਜ਼ਮੀਨ ਚੱਡਾ ਮਾਰਕੀਟ ਜਿੱਥੇ ਮੈਂ ਰਹਿ ਰਹੀ ਹਾਂ ਰਿਹਾਇਸ਼ ਹੈ ਮੈਂ ਵੇਚਣਾ ਚਾਹੁੰਦੀ ਸੀਗੀ। ਮੇਰੇ ਕੋਲ ਤਰਸੇਮ ਲਾਲ ਕੋਈ ਸੀਗਾ ਸਨ ਆਫ ਪੁੰਨੂ ਰਾਮ ਸਰਹਾਲੀ ਤੋਂ ਉਹ ਆਇਆ। ਉਹਨੇ ਆ ਕੇ ਮੈਨੂੰ ਕਹਿੰਦਾ ਜੀ ਜ਼ਮੀਨ ਲੈਣੀ ਜ਼ਮੀਨ ਕਰਕੇ ਉਹਨੇ ਬਿਆਨਾ ਕਰਾਇਆ ਉੱਥੇ ਜਾ ਕੇ 5 ਮਾਰਚ ਨੂੰ। ਉਹ ਡੀਲਰ ਹੈ ਕੋਈ? ਹਾਂ ਪ੍ਰੋਪਰਟੀ ਡੀਲਰ ਹੈ ਸਰ। ਜੀ। ਪਿੱਛੇ ਸਰ ਇਹਨਾਂ ਦਾ ਕੋਈ ਇੱਕ ਹੈਗਾ ਗੁਰਪ੍ਰੀਤ ਦਾ ਕੋਈ ਗੋਪੀ ਹੈ ਹਰੀਆਬਾਦ ਦਾ ਤੇ ਇੱਕ ਸੁਖਦੀਪ ਸਿੰਘ ਆ ਸਨ ਆਫ ਕੁਲਵਿੰਦਰ ਸਿੰਘ ਹੈ। ਹਾਂਜੀ ਸਰ ਜਦੋਂ ਇਹ ਆਇਆ ਤੇ ਉਹਨੇ ਮੈਨੂੰ ਬਿਆਨੇ ਨੂੰ ਕਹਿੰਦਾ 5 ਮਾਰਚ ਨੂੰ ਬਿਆਨਾ ਲੈਣਾ। ਬਿਆਨਾ ਲਿਖਿਆ ਬਸ ਸਰ ਜਦੋਂ ਬਿਆਨਾ ਲਿਖਿਆ ਗਿਆ ਇਹਨੇ ਸਾਨੂੰ ਪੈਸਿਆਂ ਦੀ ਜਗ੍ਹਾ ਚੈੱਕ ਦੇ ਦਿੱਤੀ। ਚੈੱਕ ਜਦੋਂ ਸਰ ਮੈਂ ਇਹਨੇ ਆਪਣਾ ਤਰੀਕ ਪਾ ਕੇ ਦਿੱਤੀ ਜਦੋਂ ਮੈਂ ਬੈਂਕ ਵਿੱਚ ਗਈ ਸਰ ਇਹ ਚੈੱਕ ਫਰਾਡ ਨਿਕਲੀ ਜੀ। ਜਦੋਂ ਮੈਂ ਐਸਪੀ ਸਰ ਦੇ ਦਰਖਾਸਤ ਦਿੱਤੀ ਐਸਪੀ ਸਾਹਿਬ ਨੂੰ ਸਾਰੇ ਡਾਕੂਮੈਂਟਸ ਵੀ ਦਿੱਤੇ ਕੋਰਟ ਦੇ ਪੇਪਰ ਸਾਰੇ ਦਿਖਾਲੇ। ਫਿਰ ਉਸ ਵੇਲੇ ਸਰ ਪਹਿਲਾਂ ਬਿਆਨੇ ਤੋਂ ਬਾਅਦ ਨਹੀਂ ਧੱਕੇ ਨਾਲ ਕਬਜ਼ਾ ਕਰ ਲਿਆ ਸੀ ਉਹਦੇ ਵਿੱਚ ਪਹਿਲਾਂ ਜੀ। ਬਾਅਦ ਜਦੋਂ ਸਰ ਮੈਂ ਲੈ ਕੇ ਗਈ ਕੰਪਲੇਨ ਕੀਤੀ ਐਸਪੀ ਸਾਹਿਬ ਪਹਿਲਾਂ ਕਹਿੰਦੇ ਪੇਪਰ ਠੀਕ ਆ ਦੂਜੇ ਦਿਨ ਸਾਨੂੰ ਪੁਲਿਸ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਸਰ। ਜਦੋਂ ਵੀ ਐਸਐਚਓ ਵੀ ਨਹੀਂ ਸੁਣਦੇ ਪੁਲਿਸ ਵੀ ਨਹੀਂ ਸੁਣਦੀ। ਜਦੋਂ ਮੈਂ ਕਹਿੰਦੀ ਇੱਕ ਦਿਨ ਮੇਰੇ ਤੋਂ ਕੋਰਟ ਦੇ ਜਿਹੜੇ ਚੈੱਕ ਦਿੱਤੇ ਹੋਏ ਆ ਨਹੀਂ ਜਾਂ ਮੈਨੂੰ ਕਹਿੰਦੇ ਇਹ ਸਾਨੂੰ ਚੈੱਕ ਚਾਹੀਦੇ ਆ। ਐਸਪੀ ਦੇ ਦਫ਼ਤਰੋਂ ਫੋਨ ਆਇਆ ਮੈਨੂੰ ਮੁੰਸ਼ੀ ਦਾ ਕੋਈ ਅਮਰੀਕ ਸਿੰਘ ਜਸਵਾਲ ਮੁੰਸ਼ੀ ਹੈ ਉਹਨੇ ਫੋਨ ਕੀਤਾ ਜੀ ਚੈੱਕ ਚਾਹੀਦੇ ਆ। ਸਾਡੇ ਵਕੀਲ ਨਵੇਂ ਉੱਥੇ ਵਕੀਲ ਨਾਲ ਗੱਲ ਹੋਈ ਉਹ ਅਸੀਂ ਚੈੱਕ ਵਕੀਲ ਸਾਹਿਬ ਨੇ ਕਿਹਾ ਵੀ ਉਸ ਚੈੱਕ ਕੋਰਟ 'ਚ ਲਾਤੇ ਆ ਜੇ ਤੁਹਾਡੇ ਕੋਲ ਅਥਾਰਟੀ ਹੈ ਤੁਸੀਂ ਚੈੱਕ ਉੱਥੇ ਕਢਵਾ ਲਓ। ਪਰ ਉਹ ਤੋਂ ਬਾਅਦ 2 ਦਿਨ ਬਾਅਦ ਜਦ ਪਤਾ ਲੱਗਾ ਭਾਜੀ ਨੇ ਕੋਰਟ 'ਚ ਮੈਂ ਕੇਸ ਕੀਤਾ ਉਦੋਂ ਹੀ ਆ ਕੇ ਨਹੀਂ ਮੇਰੇ ਤੇ 18-19 ਜਣੇ ਬੰਦੇ ਲਿਆ ਕੇ ਰਾਤੀ 7:30 ਵਜੇ ਮੇਰੇ ਤੇ ਹਮਲਾ ਕੀਤਾ। ਇਹਨੇ ਨਾਲ ਜਨਾਨੀਆਂ ਵੀ 7-8 ਸੀਗੀਆਂ। ਹਾਂ ਕੌਣ ਕੋਈ ਇਹਨਾਂ ਵਿੱਚੋਂ ਸਰ ਪਛਾਣਦੀ ਨਹੀਂ ਮੈਂ ਕਿਸੇ ਨੂੰ ਵੀ ਸਾਰਿਆਂ ਨੇ ਮੂੰਹ ਬੰਨੇ ਹੋਏ ਸੀ ਕਿਸੇ ਨੇ ਮੂੰਹ ਨਹੀਂ ਸੀ। ਜਦੋਂ ਅਸੀਂ ਸਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਡੇ ਉਹਨਾਂ ਮਾਰਕੁੱਟ ਕੀਤੀ। ਮੇਰੇ ਸਿਰ ਤੇ ਵੀ ਸੱਟ ਲੱਗੀ ਹੈ ਹੱਥ ਤੇ ਵੀ ਲੱਗੀ ਹੈ ਮੇਰੇ ਬੇਟੇ ਦੇ ਇੱਥੇ ਵੀ ਰੋਡ ਮਾਰਿਆ ਹੋਇਆ ਲੱਤ ਸੁੱਜੀ ਹੋਈ ਹੈ ਇੱਧਰ ਬੱਖੀ ਤੇ ਵੀ ਆ ਮੂੰਹ ਤੇ ਵੀ ਲੱਗਿਆ ਬੇਟੇ ਮੇਰੇ ਦੀ ਸਾਰੀ ਰਾਤ ਸਾਰਾ ਉਹਨਾਂ ਨੇ ਬੰਨ ਕੇ ਰੱਖਿਆ ਕੁਰਸੀ ਤੇ ਬੰਨ ਕੇ। ਹਾਂਜੀ ਪਿਸਤੌਲ ਦੀ ਲੋਕ ਸਾਰੀ ਰਾਤ ਲੈ ਕੇ ਰੱਖੀ ਕੁੜੀ ਨੂੰ ਇੱਦਾਂ ਹੀ ਸਦਮੇ 'ਚ ਆਜ਼ਾਦੀ ਚੁੱਕ ਪਿਸਤੌਲ ਦਿਖਾ ਕੇ ਕਬਜ਼ਾ। ਹਾਂਜੀ ਪਿਸਤੌਲ ਦਿਖਾ ਕੇ ਕਹਿੰਦੇ ਕਿਡਨੈਪ ਕਰ ਲੈਣੀ ਹੈਗੀ ਅਸੀਂ ਜੇ ਨਾ ਤੁਸੀਂ ਮੰਨੋਗੇ। ਜਿੱਥੇ ਤੁਸੀਂ ਰਹਿੰਦੇ ਆ ਉੱਥੇ ਕੋਈ ਦੁਕਾਨਾਂ ਤੁਸੀਂ ਕਿਰਾਏ ਤੇ ਵੀ ਚੜਾਈਆਂ? ਹਾਂਜੀ ਥੱਲੇ ਦੁਕਾਨਾਂ ਸਰ ਕਿਰਾਏ ਤੇ ਚੜਾਈਆਂ ਹੋਈਆਂ ਮੈਂ। ਉਹਦੇ ਵਿੱਚ ਜਿੱਦਾਂ ਜਿਹੜੇ ਭਾਜੀ ਹੈਗੇ ਉਹਨਾਂ ਦੇ ਵੀ ਉਹਨੇ ਸ਼ਟਰ ਭੰਨ ਲਏ ਉਹਨਾਂ ਦਾ ਸਮਾਨ ਪਹਿਲਾਂ ਵੀ ਚੋਰੀ ਕਰ ਲਿਆ ਸੀ ਜਿੱਦਾਂ ਉਹ ਆਪਣਾ ਹੁਣ ਕਬਜ਼ਾ ਪੁਲਿਸ ਨੇ ਦਵਾਇਆ ਸਾਨੂੰ ਦੁਬਾਰਾ ਕਬਜ਼ਾ। ਫਿਰ ਹੁਣ ਉਸੇ ਵੇਲੇ ਫਿਰ ਅੱਜ ਉਹਨੇ ਆਪਣਾ ਕਬਜ਼ਾ ਰਾਤੀ ਫਿਰ ਕਰ ਲਿਆ ਹੈਗਾ। ਸਵੇਰੇ ਸਾਨੂੰ ਧੱਕੇ ਮਾਰ ਕੇ ਉੱਥੋਂ ਕਰ ਦਿੱਤਾ। ਤੁਸੀਂ ਕੀ ਮੰਗ ਕਰਦੇ ਹੋ? ਸਰ ਮੇਰੇ ਨਾਲ ਇਨਸਾਫ ਕੀਤਾ ਜਾਵੇ। ਪੁਲਿਸ ਵੀ ਨਹੀਂ ਸੁਣ ਰਹੀ ਐਸਐਚਓ ਵੀ ਐਸਪੀ ਸਾਹਿਬ ਵੀ ਸਾਰੇ ਰਲੇ ਹੋਏ ਭਾਈ ਸਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕਿਸੇ ਪਾਸੇ ਮੇਰੀ। ਲੇਕਿਨ ਮੈਨੂੰ ਧਮਕੀ ਮਿਲੀ ਹੈ ਜੇ ਮੈਂ ਕੁਝ ਕਰੂੰਗੀ ਤਾਂ ਮੈਨੂੰ ਬੱਚਿਆਂ ਨੂੰ ਤਾਂ ਮੈਨੂੰ ਗੋਲੀ ਮਾਰ ਦੇਣਗੇ 3 ਮਿੰਟ। ਅੱਛਾ ਧਮਕੀ ਦੇ ਕੇ ਗਏ? ਹਾਂਜੀ ਨਹੀਂ ਉੱਥੇ ਬੈਠੇ ਸਾਰੇ ਜੀ ਉੱਥੇ ਬੈਠੀਆਂ ਜਨਾਨੀਆਂ ਲੇਡੀਜ਼ ਉੱਥੇ ਬੈਠੀਆਂ ਕਬਜ਼ਾ ਕਰਕੇ। ਅੱਛਾ ਹਾਂਜੀ ਰੋਕ ਲੱਗਦੇ ਪਏ ਵੀ ਕੋਈ ਜਗ੍ਹਾ ਨੂੰ ਮਾਮਲਾ ਜਿਹੜਾ ਚੱਡਾ ਮਾਰਕੀਟ ਹੈਗੀ ਆ ਲੇਡੀਜ਼ ਹਸਪੀਟਲ ਦਾਖਲ ਹੋਣਾ ਲਾਏ ਵੀ ਰੋਕ ਸਾਨੂੰ ਕੁੱਟ ਮਾਰ ਕੇ ਬਾਹਰ ਕੱਢ ਦਿੱਤਾ ਵੀ ਪਿਸਤੌਲ ਦੀ ਨੋਕ ਤੇ। ਇਹ ਸਾਰੇ ਆਰੋਪ ਝੂਠੇ ਲਾਏ ਗਏ। ਅਸਲ ਵਿੱਚ ਜਿਹੜੀ ਪ੍ਰਾਪਰਟੀ ਹੈ ਉਹ ਕਿਹੜੀ ਪ੍ਰਾਪਰਟੀ ਹੈ? ਇਹ ਪ੍ਰਾਪਰਟੀ ਚੱਡਾ ਮਾਰਕੀਟ ਦੇ ਵਿੱਚ 66 67 ਤੇ 68 ਨੰਬਰ ਦੁਕਾਨਾਂ ਹੈ। ਅੱਛਾ ਹਾਂਜੀ। ਤੇ ਕਿੰਨੀ ਜਗ੍ਹਾ ਹੈ ਔਰ ਕਿਹਦੀ ਪ੍ਰਾਪਰਟੀ ਹੈ ਤੇ ਤੁਸੀਂ ਕਿੱਦਾਂ ਉਹਦੇ ਮਾਲਕ ਕਹਿ ਰਹੇ ਹੋ ਆਪਣੇ ਆਪ ਨੂੰ? ਇਹ 2 ਮਰਲੇ ਹੈਗੀ ਆ ਜੀ TS ਬਨ ਵਾਲੀ ਅੱਧਾ ਮਰਲਾ ਹੈਗੀ ਆ ਜੀ ਨੰਬਰੀ ਠੀਕ ਹੈ ਪਟਵਾਰਖਾਨੇ ਦੇ ਵਿੱਚ ਫਰਜ਼ ਦੇ ਵਿੱਚ ਆਉਂਦਾ ਪਿਆ। ਇਹਦੇ ਮਾਲਕ ਹੈਗੇ ਰਸ਼ਪਾਲ ਕੌਰ ਤੇ ਦਵਿੰਦਰ ਸਿੰਘ ਜੀ। ਰਸ਼ਪਾਲ ਕੌਰ ਰਹਿੰਦੇ ਸੈਦਪੁਰ ਪਿੰਡ 'ਚ ਦਵਿੰਦਰ ਸਿੰਘ ਰਹਿੰਦੇ ਡਬਈ ਦੇ ਵਿੱਚ। ਇਹ ਪ੍ਰਾਪਰਟੀ ਸਾਨੂੰ ਵੇਚ ਗਿਆ ਜੀ ਆਪਣੀ ਪਾਵਰ ਟੌਰਨੀ ਮੈਨੂੰ ਦੇ ਗਿਆ ਜੀ ਨਾਲ ਫੁੱਲ ਐਂਡ ਫਾਈਨਲ ਐਗਰੀਮੈਂਟ। ਜਿਹੜੀ ਲੇਡੀਜ਼ ਵਿੱਚ ਰਹਿ ਰਹੀ ਆ
ਉਹਨੂੰ ਕਦੋਂ ਬਾਹਰ ਕੱਢਿਆ ਗਿਆ ਜੀ? ਉੱਥੇ ਕੋਈ ਰਿਲੀਜ਼ ਨਹੀਂ ਰਹਿੰਦੀ ਜੀ। ਉਹ ਰਹਿੰਦੇ ਹੋਏ ਸੀ ਕਹਿੰਦੇ? ਨਹੀਂ ਰਹਿੰਦੇ ਬਿਲਕੁਲ, ਝੂਠ ਬੋਲ ਰਿਹਾ 4 ਸਾਲ ਤੋਂ ਰਹਿ ਰਹੇ ਕਹਿੰਦੇ। ਝੂਠ ਬੋਲ ਰਿਹਾ। ਜਦੋਂ ਤੋਂ ਸਾਨੂੰ ਦੇਗਾ ਖਾਲੀ ਦੇ ਕੇ ਗਏ ਜੀ। ਕੌਣ ਦੇ ਕੇ ਖਾਲੀ ਜੀ? ਰਛਪਾਲ ਕੌਰ ਹੋਣੀ ਤੇ ਦਵਿੰਦਰ ਸਿੰਘ ਹੋਣੀ। ਤੇ ਜਿਹੜੀ ਲੇਡੀਜ਼ ਦਾ ਰੋਪ ਤੁਹਾਡੇ ਲਾ ਰਹੀ ਹੈ ਉਹਦਾ ਕੀ ਰੋਲ ਇਹਦੇ ਵਿੱਚ? ਉਹ ਇਸ ਪ੍ਰੋਪਰਟੀ ਨੂੰ ਹੜਪਣਾ ਚਾਹੁੰਦੀ ਹੈ ਜੀ। ਨਾਲ ਉਹਦੇ ਨਾਲ ਵਕੀਲ ਜਰਨੈਲ ਸਿੰਘ ਸੋਨੀ, ਉਹਦੀ ਵੀ ਨਿਗਾਹ ਇਸ ਪ੍ਰਾਪਰਟੀ ਦੇ ਉੱਤੇ ਆ। ਨਹੀਂ ਲੰਬਰਦਾਰ ਜੀ, ਗੱਲ ਇਹ ਹੈ ਵੀ ਪ੍ਰਾਪਰਟੀ ਨੂੰ ਉਹ ਕਿਉਂ ਹੜਪਣਾ ਚਾਹੁੰਦੀ ਜਦੋਂ ਰਹਿੰਦੀ ਨਹੀਂ, ਉਹਦਾ ਕੋਈ ਮਤਲਬ ਨਹੀਂ ਉਸ ਪ੍ਰਾਪਰਟੀ ਨਾਲ, ਫਿਰ ਤੁਹਾਡੇ ਨਾਲ ਉਹਦਾ ਕੀ ਹੈ? ਉਹ ਪ੍ਰਾਪਰਟੀ ਜਿਹੜੀ ਹੈ ਜੀ, ਉਹ ਉਹਨਾਂ ਨੇ ਆਪਣੇ ਸਹੁਰੇ ਦੀਆਂ ਰਜਿਸਟਰੀਆਂ ਹੋਈਆਂ ਹੈ ਜੀ। ਜਦੋਂ ਜੀਂਦੇ ਸੀ ਉਹਨਾਂ ਦੇ ਸਹੁਰਾ ਸਾਹਿਬ ਉਸ ਪਰਿਵਾਰ ਦੀ ਮੈਂਬਰ ਹੈ ਨਾ ਉਹ, ਇਹ ਤੁਸੀਂ ਮੰਨਦੇ ਹੋ? ਪਰਿਵਾਰ ਦੀ ਮੈਂਬਰ ਹੈ ਜੀ। ਤੇ ਤੁਸੀਂ ਪਹਿਲਾਂ ਕਿਹਾ ਵੀ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਇਸ ਨੇ ਲੈਣ ਦੇਣ ਰਜਿਸਟਰੀਆਂ ਹੋ ਗਈਆਂ, ਖਤਮ ਹੋ ਗਿਆ ਲੈਣ ਦੇਣ। ਉਹਨਾਂ ਦੇ ਜਿਹੜਾ ਮੁੰਡਾ ਉਹਦਾ ਮੁੰਡੇ ਦੇ ਨਾਮ ਤੇ ਹੈ ਨਹੀਂ ਕੋਈ ਖਾਤਾ ਬੋਲਦਾ? ਨਹੀਂ, ਮੁੰਡੇ ਦੇ ਨਾਂ ਕੋਈ ਖਾਤਾ ਨਹੀਂ ਹੈਗਾ ਜੀ। ਗੁਰਪ੍ਰੀਤ ਜੀ, ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕੀਤਾ ਸੀ, ਉਸ ਕੇਸ ਦਾ ਕੋਈ ਜਾਣਕਾਰੀ ਹੈ ਤੁਹਾਨੂੰ? ਜਿਹੜਾ ਉਹਨਾਂ ਨੇ ਕੋਰਟ 'ਚ ਕੇਸ ਕੀਤਾ ਸੀ ਪ੍ਰਾਪਰਟੀ ਦਾ, ਕੋਈ ਸਟੇ ਹੋਈ ਸੀ? ਸਟੇ ਉਹ ਖਤਮ ਹੋ ਗਈ। ਤੁਹਾਡੇ ਰਿਕਾਰਡ ਦੇ ਵਿੱਚ ਵੀ ਦਰਜ ਹੈ ਕਿ ਸਟੇ ਹੋਈ ਸੀ? ਸਟੇ ਉਹ ਖਤਮ ਹੋ ਗਈ। ਸਟੇ ਕਾਦੀ ਲੱਗੀ ਸੀ ਜੀ? ਜੇ ਅਗਰ ਉਹ ਵਿੱਚ ਰਹਿੰਦੀ ਸੀ ਤਾਂ ਸਟੇ ਹੋਈ? ਨਹੀਂ, ਵਿੱਚ ਨਹੀਂ ਸੀ ਰਹਿ ਰਹੇ। ਸਟੇ ਕਿਉਂ? ਸਟੇ ਉਹਨਾਂ ਨੇ ਆਪਣੇ ਬੱਚਿਆਂ ਵੱਲੋਂ ਕੇਸ ਕਰਵਾਇਆ ਸੀ ਵੀ ਦਾਦੇ ਆਪਣੇ ਦੀ ਜਾਇਦਾਦ ਸਾਨੂੰ ਮਿਲੇ। ਜਿਹੜਾ ਜਿੰਦਾ ਜੀ ਆਪਣੀ ਜਾਇਦਾਦ ਵੇਚ ਜਵੇ, ਉਹ ਪੋਤਿਆਂ ਪੋਤੀਆਂ ਨੂੰ ਨਹੀਂ ਮਿਲ ਸਕਦਾ। ਜਿਹੜਾ ਬਿਜਲੀ ਦਾ ਕਨੈਕਸ਼ਨ ਉੱਥੇ ਲੱਗਾ ਜਾਂ ਪਾਣੀ ਦਾ ਕਨੈਕਸ਼ਨ, ਉਹ ਕਿਸ ਦੇ ਨਾਂ ਦਾ ਹੈ, ਤੁਹਾਨੂੰ ਜਾਣਕਾਰੀ ਹੈ? ਉਹਦੇ ਬਾਰੇ ਨਹੀਂ ਜਾਣਕਾਰੀ ਸਰ। ਤੁਹਾਡਾ ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਉਹ ਨਹੀਂ ਰਹਿ ਰਹੀ, ਉਸ ਜਨਾਨੀ ਦੇ ਨਾਂ ਦਾ ਹੈ ਉਹ? ਜਦੋਂ ਅਸੀਂ ਖਰੀਦੀ ਉਸ ਤੋਂ ਪਹਿਲਾਂ ਦਾ ਮੀਟਰ ਚੱਲ ਰਿਹਾ ਸੀ। ਸਰ, ਜੇ ਤੁਹਾਡਾ ਮੌਕੇ ਤੇ ਕਬਜ਼ਾ, ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਮੀਟਰ ਕਿਹਦੇ ਨਾਮ ਤੇ ਆ। ਇਹਦਾ ਮਤਲਬ ਤੁਸੀਂ ਵੀ ਝੂਠੇ ਆ? ਨਹੀਂ ਜੀ, ਬਿਲਕੁਲ ਨਹੀਂ ਝੂਠੇ। ਨਹੀਂ, ਤੁਹਾਡੇ ਬਿਆਨ ਤੋਂ ਲੰਬਰਦਾਰ ਜੀ, ਤੁਹਾਡੇ ਹੀ ਬਿਆਨ ਜਿਹੜੇ ਆ ਦੋ ਹੈ। ਹਾਂ, ਦੋ ਹੋ ਰਿਹਾ। ਤੁਸੀਂ ਦੱਸ ਦਿਓ ਕਿ ਮੀਟਰ ਨਹੀਂ। ਇੱਕ ਸਾਈਡ ਤੁਸੀਂ ਕਹਿ ਰਹੇ ਹੋ, ਇੱਕ ਸਾਈਡ ਤੁਸੀਂ ਕਹਿ ਰਹੇ ਹੋ ਕਿ ਉਹ ਜਨਾਨੀ ਨਹੀਂ ਰਹਿੰਦੀ, ਜਦੋਂ ਕਿ ਮੀਟਰ ਪਾਣੀ ਦਾ ਕਨੈਕਸ਼ਨ ਉਸ ਲੇਡੀਜ਼ ਦੇ ਨਾਮ ਦਾ ਹੈ। ਮੇਰੇ ਨਾਮ ਬੋਲਦਾ। ਔਰ ਉੱਥੇ ਦੇ ਜਿਹੜੇ ਲੋਕ ਹੈ ਉਹ ਰਿਹਾਇਸ਼ੀ ਤੌਰ ਤੇ ਉਹਨੂੰ ਕਹਿੰਦੇ ਇੱਥੇ ਰਹਿੰਦੇ 4-5 ਸਾਲਾਂ ਤੋਂ। ਉਹ ਤੁਸੀਂ ਕਿਉਂ? ਲੋਕੀ ਸਾਰੇ ਹੀ ਉਸ ਪ੍ਰਾਪਰਟੀ ਤੇ ਨਿਗਾਹ ਰੱਖ ਕੇ ਬੈਠੇ ਸਾਡੇ ਵਾਲੀ ਪੂਰਾ ਸ਼ਹਿਰ ਜਿਹੜੇ ਲੋਕੀ ਉੱਥੇ ਲਾਗੇ ਦੇ ਹੈਗੇ, ਜਿਹੜੇ ਉਹਦੇ ਨਾਲ ਮਿਲੇ ਹੋਏ ਆ ਜੀ। ਕੁਝ ਕਿਰਾਏਦਾਰ ਵੀ ਉਹਨਾਂ ਦੁਕਾਨਾਂ ਦੇ ਸੀ, ਉਹਨਾਂ ਦਾ ਸਮਾਨ ਅੰਦਰ ਪਿਆ ਸੀ, ਉਹ ਵੀ ਖਾਲੀ ਕੀਤਾ ਗਿਆ ਤੁਹਾਡੇ ਵੱਲੋਂ? ਨਹੀਂ ਜੀ, ਨਹੀਂ। ਇਹ ਲੇਡੀ ਦਾ ਸਮਾਨ ਪਿਆ ਜੀ ਉੱਪਰ? ਹਾਂਜੀ, ਲੇਡੀ ਦਾ ਸਮਾਨ ਪਿਆ ਉੱਪਰ? ਨਹੀਂ ਪਿਆ ਜੀ। ਇਹ 4 ਜਗ੍ਹਾ ਬਿਆਨੇ ਕਰਕੇ ਸਾਡੀ ਪ੍ਰਾਪਰਟੀ ਤੇ। ਜੇ ਕੱਲ ਰਾਤ ਦੀ ਕੋਈ ਰਿਕਾਰਡਿੰਗ ਪ੍ਰੋਵਾਈਡ ਹੋ ਜਾਵੇ ਫਿਰ ਕੀ ਮੰਨੋਗੇ? ਤੁਸੀਂ ਦਿਖਾ ਦਿਓ ਕਿਹੜੀ ਰਿਕਾਰਡਿੰਗ ਹੈ ਸਾਡੀ। ਨਹੀਂ, ਬਾਈ ਦੀ ਵੇ ਤੁਸੀਂ ਮਤਲਬ ਮੰਨੋਗੇ ਵੀ ਤੁਸੀਂ ਕਬਜ਼ਾ ਕੀਤਾ ਜਗ੍ਹਾ? ਨਹੀਂ, ਅਸੀਂ ਨਹੀਂ ਕਬਜ਼ਾ ਕੀਤਾ ਕੋਈ। ਜੇ ਰਿਕਾਰਡਿੰਗ ਦਿੱਤੀ ਜਾਵੇ ਤਾਂ ਸਾਡੀ ਪਹਿਲਾਂ ਹੀ ਕਬਜ਼ਾ ਉਹਦੇ ਵਿੱਚ ਰਛਪਾਲ ਕੌਰ ਜਦੋਂ ਵੱਡੇ ਬਾਈ ਉੱਤੇ ਸੀਸੀ ਕੈਮਰੇ ਲੱਗੇ ਆ, ਉਹ ਕਿਹਦੇ? ਜੇ ਅਗਰ ਰਿਕਾਰਡਿੰਗ ਆ ਗਈ ਫਿਰ ਆਪਾਂ ਕੀ? ਜੇ ਅਗਰ ਰਿਕਾਰਡਿੰਗ ਸੀਸੀਟੀਵੀ ਦੇ ਫੁਟੇਜ ਦੇ ਵਿੱਚ ਹੋਵੇ ਔਰ ਉੱਥੇ ਕਬਜ਼ਾ ਕਰਦੇ ਹੁਣ ਬੰਦੇ, ਤੁਸੀਂ ਸਾਨੂੰ ਰਿਕਾਰਡਿੰਗ ਦਿਖਾ ਦਿਓ ਨਾ। ਨਹੀਂ, ਵੱਡੇ ਬਾਈ ਆਪਾਂ ਗੱਲ ਕਰਦੇ ਹਾਂ। ਕੈਮਰੇ ਲੱਗੇ ਤੁਹਾਡੇ ਲੱਗੇ ਆ? ਕਿਹੜੀ ਜਗ੍ਹਾ ਜੀ? ਜਿਹੜੇ ਜਿੱਥੇ ਕਬਜ਼ਾ ਉੱਪਰ ਸਾਡੇ ਕੈਮਰੇ ਲੱਗੇ ਆ। ਤੁਹਾਡੇ ਕੈਮਰੇ ਲੱਗੇ ਆ? ਕਿੰਨੇ ਕੈਮਰੇ ਲੱਗੇ ਸਰ? 2 ਕੈਮਰੇ ਲੱਗੇ। 2 ਕੈਮਰੇ। ਕਿੰਨੀ ਦੇਰ ਤੋਂ? ਇਹ ਕਿੰਨੇ ਸਮੇਂ ਤੋਂ ਲੱਗੇ ਜੀ ਕੈਮਰੇ? ਜਦੋਂ ਅਸੀਂ ਫੁੱਲ ਐਂਡ ਫਾਈਨਲ ਐਗਰੀਮੈਂਟ ਲੈ ਲਿਆ, ਉਹਨਾਂ ਨੇ ਚਾਬੀਆਂ ਸਾਨੂੰ ਦੇ ਦਿੱਤੀਆਂ। ਕਿੰਨੇ ਸਮੇਂ ਤੋਂ? ਮੈਨੂੰ ਮੈਂ ਜੀ 6ਵੇਂ ਮਹੀਨੇ ਦੇ ਵਿੱਚ 2020 ਦੇ ਵਿੱਚ ਅਸੀਂ ਉਹਨਾਂ ਕੋਲੋਂ ਪ੍ਰਾਪਰਟੀ ਸਾਲ ਹੋਣ ਵਾਲਾ ਸਾਲ ਹੋਣ ਵਾਲਾ। ਲੇਕਿਨ ਇਹ ਨਹੀਂ ਪਤਾ ਵੀ ਉੱਥੇ ਮੀਟਰ ਕਿਹਦੇ ਨਾਂ ਤੇ ਆ ਤੇ ਪਾਣੀ ਦਾ ਬਿੱਲ ਕਿਹਦੇ ਨਾਂ ਤੇ ਆਂਦਾ। ਅੱਜ ਦਿਨ ਤੱਕ ਤੁਹਾਨੂੰ ਬਿੱਲ ਆਇਆ ਬਿਜਲੀ ਦਾ ਜਾਂ ਨਹੀਂ? ਉਸ ਤੋਂ ਬਾਅਦ ਵੱਡੇ ਬਾਈ ਜੇ ਸਾਲ ਹੋ, ਵੱਡੇ ਬਾਈ ਇੱਕ ਮਿੰਟ, ਜੇ ਤੁਹਾਨੂੰ ਸਾਲ ਹੋ ਗਿਆ ਉਸ ਜਗ੍ਹਾ ਤੇ ਰਹਿੰਦਿਆਂ ਨੂੰ? ਰਹਿੰਦਿਆਂ ਨੂੰ ਨਹੀਂ। ਚਲੋ ਜੋ ਤੁਸੀਂ ਕਬਜ਼ਾ ਕਹਿ ਰਹੇ ਹੋ। ਜਦੋਂ ਅਸੀਂ ਲੈ ਲਿਆ। ਇੱਕ ਮਿੰਟ ਵੱਡੇ ਬਾਈ, ਸ਼ਟਰ ਦੀ ਦੁਕਾਨ ਦੀ ਚਾਬੀਆਂ ਤੁਹਾਡੇ ਕੋਲ ਹੈ? ਸਾਡੇ ਕੋਲ ਹੈ। ਠੀਕ ਹੈ ਜੀ। ਸਾਲ ਹੋ ਗਿਆ ਤੁਹਾਨੂੰ? ਠੀਕ ਹੈ ਜੀ। 6 ਮਹੀਨੇ 6ਵੇਂ ਮਹੀਨੇ ਦੇ ਵਿੱਚ ਸਾਲ ਹੋਣਾ ਜੀ। ਚਲੋ ਮੰਨ ਲੈਂਦੇ ਉਹਦੇ ਮਾਮਲੇ 'ਚ ਕੋਈ ਬਿਜਲੀ ਦਾ ਬਿੱਲ ਨਹੀਂ ਆਇਆ? ਜਦੋਂ ਕਰੋਨਾ ਹੋ ਗਿਆ ਜੀ, ਕਰੋਨਾ ਤੋਂ ਬਾਅਦ 1 ਸਾਲ ਦਾ ਸਭ ਕੁਝ ਬੰਦ ਰਿਹਾ, ਕੋਈ ਨਿਕਲਿਆ ਨਹੀਂ ਬਾਹਰ, ਸਾਡੇ ਲੋਕ ਲੱਗੇ। ਹੁਣ ਤੱਕ ਵੀ ਕੋਈ ਬਿੱਲ ਨਹੀਂ ਆਇਆ? 6 ਮਹੀਨਿਆਂ ਤੋਂ ਤੁਹਾਡਾ ਉੱਥੇ ਕਬਜ਼ਾ ਹੈਗਾ। 6 ਮਹੀਨਿਆਂ ਦੇ ਵਿੱਚ ਤੁਹਾਨੂੰ ਇਹ ਤੇ ਪਤਾ ਨਹੀਂ ਮੀਟਰ ਕਿਹਦੇ ਨਾਲ ਤੇ? ਅਸੀਂ ਕੋਈ ਬਿੱਲ ਨਹੀਂ ਤਾਰਿਆ ਜੀ। ਉੱਥੇ ਮੀਟਰ ਕੱਟ ਹੋ ਗਿਆ। ਮੀਟਰ ਲੱਗਾ ਹੀ ਹੁੰਦੀ ਲੱਗਾ ਮੀਟਰ ਲੱਗਾ। ਬਿਜਲੀ ਵਾਲੀ ਮੀਟਰ ਲਾ ਕੇ ਲੈ ਗਏ। ਮੀਟਰ ਲੱਗਾ ਹੈ ਜਿੱਥੇ ਜਿਹੜਾ ਤੁਹਾਡਾ ਘਰ ਹੈ ਉੱਥੇ ਪੰਖੇ ਚੱਲ ਰਹੇ ਇਸ ਵਕਤ ਵੀ ਚੱਲਦੇ ਪਏ। ਉਹ ਕਿੱਥੋਂ ਲਾਈਟ ਹੈ? ਇਹਦੇ ਬਾਰੇ ਉਹਨਾਂ ਨੂੰ ਪਤਾ ਹੋਊਗਾ। ਮਾਲਕ ਤੁਸੀਂ ਕਹਿ ਰਹੇ ਹੋ ਆਪਣੇ ਮਾਲਕ ਅਸੀਂ ਹਾਂ। ਫਿਰ ਜਿਹੜਾ ਉੱਥੇ ਮੀਟਰ ਲੱਗਾ ਸੀ ਸਾਡਾ ਜੀ, ਉਹ ਮੀਟਰ ਕੱਟ ਹੋ ਚੁੱਕਾ ਹੈ। ਬੇਟਾ ਜਿਹੜੀ ਲੇਡੀਜ਼ ਉੱਪਰ ਰਹਿ ਰਹੀਆਂ ਉਹ ਕੌਣ ਆ? ਉਹਦੇ ਬਾਰੇ ਨਹੀਂ ਮੈਨੂੰ ਜਾਣਕਾਰੀ ਕੋਈ ਵੀ। ਤੁਹਾਡਾ ਘਰ ਹੈ, ਤੁਹਾਡੇ ਸਾਡਾ ਘਰ ਆ। ਉਹ ਲੇਡੀਜ਼ 4 ਜਗ੍ਹਾ ਬਿਆਨੇ ਕਰ ਗਈ ਜੀ। ਨਹੀਂ, ਜਿਹੜੀ ਇਸ ਵੇਲੇ ਜਨਾਨੀਆਂ ਉੱਥੇ ਰਹਿ ਰਹੀਆਂ ਉਹ ਕੌਣ ਹੈ? ਜਿਹੜੇ 4 ਬਿਆਨੇ ਕਰ ਦਿੱਤੇ ਜੀ, ਉਹਨੇ ਪਹਿਲਾਂ ਇੱਕ ਸੌਦਾ ਹੋਰ ਜਗ੍ਹਾ ਵੇਚ ਦਿੱਤਾ ਉਹਨਾਂ ਦੇ ਬੰਦੇ ਬੈਠੇ। ਵੱਡੇ ਭਾਈ ਅਸੀਂ ਉੱਥੋਂ ਆਏ ਆ ਤੁਹਾਡੇ ਕੋਲੋਂ, ਉਹਨਾਂ ਨੇ ਲੇਡੀਜ਼ ਨੇ ਤੁਹਾਡਾ ਨੰਬਰ ਦਿੱਤਾ ਸਾਨੂੰ। ਠੀਕ ਹੈ ਜੀ। ਤੇ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਕੌਣ ਹੈ? ਅਸੀਂ ਅੱਜ ਉੱਥੇ ਗਏ ਆ ਤਾਂ ਹੀ ਵੀ ਪਤਾ ਲੱਗਾ ਨਾ ਉਹਨਾਂ ਨੂੰ ਜੀ। ਅਸੀਂ ਨੰਬਰ ਅੱਜ ਵੱਡੇ ਭਾਈ ਇੱਕ ਮਿੰਟ ਵੱਡੇ ਭਾਈ ਨੰਬਰ ਉਹਨਾਂ ਨੇ, ਅਸੀਂ ਮੀਡੀਆ ਉੱਥੇ ਮੌਕੇ ਤੇ ਗਈ ਆ। ਠੀਕ ਹੈ ਜੀ। ਉਹਨਾਂ ਨੇ ਤੁਹਾਨੂੰ ਕਾਲ ਵੀ ਕੀਤੀ ਆ ਜੇ ਪੱਤਰਕਾਰ ਆ ਗਿਆ। ਕੀਤੀ ਕਾਲ? ਕੀਤੀ ਆ ਜੀ। ਫਿਰ ਤੁਸੀਂ ਇਹ ਕਹਿੰਦੇ ਮੈਨੂੰ ਪਤਾ ਨਹੀਂ ਆ? ਅਸੀਂ ਉੱਥੇ ਕਹਿ ਕੇ ਆਏ ਉਹਨਾਂ ਨੂੰ ਵੀ ਆ ਮੇਰਾ ਨੰਬਰ ਆ ਸਾਨੂੰ ਮਾਰਕੀਟ 'ਚੋਂ ਫੋਨ ਗਿਆ ਵੀ ਤੁਹਾਡੇ ਵਾਲੀ ਦੁਕਾਨ ਤੇ ਵੱਡੇ ਭਾਈ ਦੇਖੋ ਤੁਸੀਂ 2 ਬਿਆਨ ਕਰ ਰਹੇ ਆ। ਵੱਡੇ ਭਾਈ ਕਰ ਰਹੇ ਦੋ ਤੁਹਾਨੂੰ ਤੁਸੀਂ ਕਹਿੰਦੇ ਮੈਨੂੰ ਪਤਾ ਨਹੀਂ ਕੌਣ ਆ। ਓਕੇ, ਕੌਣ ਜੀ? ਤੁਸੀਂ ਕਹਿੰਦੇ ਲੇਡੀਜ਼ ਉੱਪਰ ਕੌਣ ਆ ਮੈਨੂੰ ਨਹੀਂ ਪਤਾ ਇਸ ਟਾਈਮ ਰਹਿ ਰਿਹਾ। ਤੁਹਾਡਾ ਉੱਥੇ ਕਬਜ਼ਾ ਤੇ ਹੋਰ ਕੌਣ ਰਹਿ ਰਿਹਾ ਉੱਥੇ? ਉਹ ਜਿਹਨੂੰ ਲੇਡੀ ਚਾਬੀਆਂ ਤੁਹਾਡੇ ਕੋਲ, ਚਾਬੀਆਂ ਤੁਹਾਡੇ ਕੋਲ, ਤਾਲੇ ਤੁਹਾਡੇ ਕੋਲ, ਕਿਰਾਏਦਾਰ ਕਿਸੇ ਹੋਰ ਨੇ ਰੱਖੇ? ਕਿੱਦਾਂ ਇਹ ਕਿਉਂ ਹੋ ਸਕਦਾ? ਇਹ ਲੇਡੀ ਸਾਡੀ ਪ੍ਰਾਪਰਟੀ ਨੂੰ 4 ਜਗ੍ਹਾ ਹੋਰ ਵੇਚ ਗਈ। ਨਹੀਂ ਵੇਚ ਗਈ ਨਾ, ਲੇਕਿਨ ਕਬਜ਼ਾ ਤੁਹਾਡੇ ਕੋਲ ਹੈ।
ਵੱਡੇ ਭਾਈ ਜਿਹੜੇ ਜਵਾਬ ਤੁਹਾਡੀ ਗੱਲ ਦਾ ਜਵਾਬ ਹੈ, ਕਬਜ਼ਾ ਚਾਰ ਤੁਹਾਡੇ ਕੋਲ। ਜਗ੍ਹਾ ਸਾਡੀ ਪ੍ਰਾਪਰਟੀ ਨੂੰ ਬਿਆਨੇ ਕਰ ਗਈ ਹੋ। ਵੱਡੇ ਭਾਈ ਇਹ ਕੀ ਦੱਸਿਓ, ਇਸ ਟਾਈਮ ਜਿਹੜਾ ਉੱਪਰ ਨੂੰ ਪੌੜੀਆਂ ਨੂੰ ਦਰਵਾਜ਼ਾ ਚੜ੍ਹਦਾ ਆ, ਉਹ ਦਰਵਾਜ਼ੇ ਨੂੰ ਇੱਕ ਅੰਦਰੋਂ ਲੱਗਦਾ ਕੁੰਡਾ ਨਵਾਂ ਲਾਇਆ ਗਿਆ, ਅੰਦਰ ਆਲ੍ਹਣਾ ਨਵਾਂ ਲਾਇਆ ਕਿ ਤੇ ਬਾਹਰੋਂ ਕੁੰਡਾ ਕੱਟਿਆ ਹੋਇਆ ਬਿਲਡ ਕੀਤਾ ਆ ਕੋਈ, ਉਹ ਕਿੱਦਾਂ ਹੋ ਗਿਆ? ਉਹ ਕਿਨੇ ਉਹਦੇ ਬਾਰੇ ਨਹੀਂ ਮੈਨੂੰ ਪਤਾ ਜੀ। ਮਾਮਲਾ ਹੈ ਚੱਡਾ ਮਾਰਕੀਟ ਦਾ। ਕੋਈ ਕੁਝ ਲੋਕ ਹੈ, ਉਹਨਾਂ ਨੇ ਰਾਤ ਨੂੰ ਲੇਡੀਜ਼ ਨੂੰ, ਉਹਦੇ ਪਰਿਵਾਰ ਨੂੰ ਬੰਨ ਕੇ ਬੰਦਕ ਬਣਾਇਆ ਤੇ ਪਿਸਤੌਲ ਦੀ ਨੋਕ ਦੇ ਉੱਤੇ ਉਸ ਮਕਾਨ ਤੇ ਔਰ ਦੁਕਾਨਾਂ ਤੇ ਕਬਜ਼ਾ ਕਰ ਦਿੱਤਾ ਹੈ। ਕੀ ਮਾਮਲਾ ਸਰ? ਹਾਲੇ ਤੱਕ ਜਿਹਦਾ ਤੁਹਾਡੇ ਦੱਸਣ ਮੁਤਾਬਕ ਹੈਗਾ ਇਹ ਵੀ, ਪਰੰਤੂ ਹਾਲੇ ਸਟੇਟਮੈਂਟ ਜਿਹੜੀ ਲੇਡੀਜ਼ ਦੀ ਐਸਐਚਓ ਸਾਹਿਬ ਨਾਲ ਉਹਨਾਂ ਦੀ ਡਿਊਟੀ ਲਗਾਤੀ ਹੈ, ਜੋ ਐਜ਼ ਪਰ ਸਟੇਟਮੈਂਟ ਉਹ ਦੇਗੀ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਹੋਵੇਗੀ। ਸਰ ਉਹਨਾਂ ਦਾ ਕਹਿਣਾ ਵੀ ਮੈਂ ਪੁਲਿਸ ਕੋਲ ਪਹਿਲਾਂ ਵੀ ਗਈ, ਲੇਕਿਨ ਪੁਲਿਸ ਨੇ ਮੇਰੀ ਪ੍ਰੋਪਰ ਢੰਗ ਨਾਲ ਸੁਣਵਾਈ ਨਹੀਂ ਕੀਤੀ ਔਰ ਮੈਂ ਗਰੀਬ ਲੇਡੀਜ਼ ਹੈ। ਮੈਂ ਉਹੀ ਕਹਿ ਰਿਹਾ ਨਾ, ਜਿਹੜੀ ਜੀ। ਬਲਵਿੰਦਰ ਕੌਰ ਵਾਲਾ ਜਿਹੜਾ ਮਸਲਾ ਹੈਗਾ ਆ, ਜੀ ਔਰ ਬਲਵਿੰਦਰ ਕੌਰ ਨੇ ਜਦੋਂ ਇੱਥੇ ਚੱਲ ਰਹੀ ਸੀ ਸੁਣਵਾਈ, ਬਹੁਤ ਸਾਰੇ ਜਿਹੜੇ 3 ਤੋਂ 4 ਬਿਆਨੇ ਵੱਖ-ਵੱਖ ਬੰਦਿਆਂ ਨੇ ਕੀਤੇ ਹੋਏ ਆ, ਜੀ ਉਹਦੀ ਹਾਲੇ ਵੈਰੀਫਿਕੇਸ਼ਨ ਚੱਲ ਰਹੀ ਆ। ਇੱਕ ਉਹ ਕਹਿ ਰਹੀ ਸੀ ਮੈਂ ਚੈੱਕ ਦਿੱਤੇ ਮੈਨੂੰ, ਜੀ ਪਰੰਤੂ ਉਹ ਚੈੱਕ ਜਦੋਂ ਚੈੱਕ ਕੀਤੇ, ਉਹ ਦੂਸਰੀ ਪਾਰਟੀ ਦਾ ਕਲੇਮ ਸੀ ਅਸੀਂ ਚੈੱਕ ਨਹੀਂ ਦਿੱਤੇ। ਉਹ ਕਿਸੇ ਪ੍ਰੀਤਮ ਸਿੰਘ ਨਾਂ ਦੇ ਅਕਾਊਂਟ ਚੱਲਦਾ ਆ ਬੈਂਕ ਦੇ ਵਿੱਚ, ਜੀ। ਪ੍ਰੀਤਮ ਸਿੰਘ ਨੂੰ ਬੁਲਾਇਆ ਗਿਆ ਤੇ ਉਹਦੇ ਮੁਤਾਬਕ ਮੈਂ ਇਸ ਬੈਂਕ 'ਚ ਅਕਾਊਂਟ ਹੀ ਨਹੀਂ ਖੁਲਾਇਆ। ਜੀ ਬਹੁਤ ਕੁਝ ਹੈਗਾ ਹੋਇਆ ਹਾਲੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਔਰ ਜਿਹੜੀਆਂ ਲੇਡੀਜ਼ ਨੇ ਘੱਟੋ ਘੱਟ 4 ਬਿਆਨੇ ਆ ਜਿਹੜੇ ਵੱਖ-ਵੱਖ ਬੰਦਿਆਂ ਨੂੰ ਕੀਤੇ ਹੋ, ਜਦਕਿ ਇਸ ਪ੍ਰਾਪਰਟੀ ਦਾ ਜਿਹੜਾ ਮਾਲਕ ਸੀ ਉਹਦਾ ਸਹੁਰਾ ਸੀਗਾ ਜੀ ਪਿਆਰਾ ਸਿੰਘ, ਜਿਨ੍ਹਾਂ ਦੀ ਹੁਣ ਡੈਥ ਹੋ ਚੁੱਕੀ ਹੈ। ਔਰ ਉਹਦੇ ਸੰਬੰਧੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਿਉਂਕਿ ਪ੍ਰਾਪਰਟੀ ਦਾ ਮੈਟਰ ਹੈਗਾ ਤੇ ਰਿਕਾਰਡ ਵੀ ਲੈਣਾ ਮਾਲ ਮਹਿਕਮੇ ਤੋਂ, ਜੀ ਔਰ ਸਾਰਾ ਰਿਕਾਰਡ ਲੈਣ ਤੋਂ ਬਾਅਦ ਹੀ ਮੈਂ ਇਹਦੇ ਬਾਰੇ ਕੁਝ ਕਹਿ ਸਕਦਾ। ਠੀਕ ਹੈ।